ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 84 ਤੇ 85 ਤੇ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਜਿਹੜੀ ਆਪਾਂ ਕੱਲ੍ਹ ਸ਼ੁਰੂ ਕੀਤੀ ਸੀ ਗੁਰੂ ਰਾਮਦਾਸ ਜੀ ਦੀ ਵਾਰ, ਉਹ ਚੱਲ ਰਹੀ ਹੈ ਜੀ। ਮਹੱਲਾ ਤੀਜਾ। ਨਦਰੀ ਆਵਦਾ ਨਾਲ ਨਾ ਚੱਲਈ, ਵੇਖੋ ਕੋ ਵਿਉ ਪਾਏ। ਸਤਿਗੁਰ ਸੱਚ ਦਿਰੜਾਇਆ, ਸੱਚ ਰਹੋ ਲਿਵ ਲਾਏ। ਨਾਨਕ ਸਬਦੀ ਸੱਚ ਹੈ, ਕਰਮੀ ਪੱਲੇ ਪਾਏ। ਹਾਂਜੀ ਸੰਗਤ ਜੀ, ਗੁਰੂ ਅਮਰਦਾਸ ਜੀ ਸਲੋਕ ਵਿੱਚ ਕਹਿੰਦੇ ਨੇ ਕਿ ਬੇਸ਼ੱਕ ਦੀ ਨਿਰਣਾ ਕਰਕੇ ਵੇਖ ਲਓ ਵੀ ਜੋ ਅੱਖਾਂ ਦੇ ਨਾਲ ਇੱਥੇ ਸਾਨੂੰ ਦਿਖਾਈ ਦਿੰਦਾ ਸਾਰਾ ਕੁਛ, ਵੀ ਸਾਡੇ ਨਾਲ ਜਾਣਾ ਨਹੀਂ ਇਹਨੇ। ਜਦੋਂ ਅਸੀਂ ਅੰਤ 'ਤੇ ਜਾਂਦੇ ਹਾਂ ਨਾ, ਇਸ ਸੰਸਾਰ ਤੋਂ ਕੂਚ ਕਰਦੇ ਹਾਂ, ਵੀ ਇਹ ਜੋ ਅੱਖਾਂ ਦੇ ਨਾਲ ਸਾਡੇ ਦਿਸਦਾ ਸਾਨੂੰ ਸੰਸਾਰ, ਸਾਡਾ ਸਮਾਨ ਪਦਾਰਥ ਜੋ ਅਸੀਂ ਇਕੱਠੇ ਕਰਦੇ ਹਾਂ, ਸਾਡੇ ਨਾਲ ਇਹਨਾਂ ਨਹੀਂ ਜਾਣਾ। ਸਤਿਗੁਰ ਸੱਚ ਦਿਰੜਾਇਆ, ਕਹਿੰਦੇ ਸੱਚੇ ਗੁਰੂ ਨੇ ਸਾਨੂੰ ਸੱਚ ਦਿਰੜਾਇਆ, ਉਹਦਾ ਨਾਮ, ਕਿ ਵੀ ਉਹਦੇ ਨਾਮ ਦੇ ਵਿੱਚ ਲਿਵ ਲਾ ਕੇ ਰਹੋ, ਉਸ ਸੱਚੇ ਦੇ ਨਾਲ ਉਹਦੀ ਸਿਫਤ ਸਲਾਹ ਕਰੋ। ਇਹ ਕਹਿੰਦੇ ਨਾਨਕ ਜੀ ਕਹਿੰਦੇ ਨੇ ਕਿ ਗੁਰੂ ਦੇ ਸ਼ਬਦ ਦੇ ਰਾਹੀਂ ਉਹ ਪਰਮਾਤਮਾ ਦਾ ਪਤਾ ਲੱਗਦਾ ਕਿ ਵੀ ਉਹ ਸੱਚ ਹੈ, ਪਰ ਉਹ ਜਿਹਦੇ ਭਾਗਾਂ ਵਿੱਚ ਹੈ ਉਹਨੂੰ ਮਿਲਦਾ, ਉਹਦਾ ਨਾਮ ਵੀ ਉਹਨੂੰ ਮਿਲਦਾ ਜਿਹਦੇ ਕਰਮ ਚੰਗੇ ਨੇ। ਕਰਮੀ ਪੱਲੇ ਪਾਏ, ਜਦੋਂ ਕਰਮ ਕਹਿੰਦੇ ਸਾਡੇ ਚੰਗੇ ਨੇ, ਭਾਗ ਸਾਡੇ ਚੰਗੇ ਨੇ, ਫਿਰ ਪਰਮਾਤਮਾ ਦੀ ਮਿਹਰ ਸਦਕਾ ਪਰਮਾਤਮਾ ਮਿਲਦਾ, ਪਰਮਾਤਮਾ ਦਾ ਨਾਮ ਮਿਲਦਾ। ਪੌੜੀ। ਹਰ ਅੰਦਰ ਬਾਹਰ ਇੱਕ ਤੂੰ, ਤੂੰ ਜਾਣੈ ਭੇਤ। ਜੋ ਕੀਚੈ ਸੋ ਹਰ ਜਾਣਦਾ, ਮੇਰੇ ਮਨ ਹਰ ਚੇਤ। ਕਹਿੰਦੇ ਹੇ ਪਰਮਾਤਮਾ, ਤੂੰ ਸਾਡੇ ਜੀਵ ਦੇ ਅੰਦਰ ਵੀ ਹੈ ਤੇ ਬਾਹਰ ਵੀ ਹੈ, ਤੇ ਕਿਉਂਕਿ ਹਰ ਇੱਕ ਜਗ੍ਹਾ 'ਤੇ ਹੈ, ਫਿਰ ਤੂੰ ਸਭ ਕੁਛ ਜਾਣੀ ਜਾਣ ਹੈ, ਸਭ ਕੁਛ ਜਾਣਦਾ ਕਿ ਬਾਹਰ ਸੰਸਾਰ 'ਚ ਕੀ ਹੋ ਰਿਹਾ ਜਾਂ ਜੀਵ ਦੇ ਅੰਦਰ ਕੀ ਚਿਤਵਿਆ ਜਾ ਰਿਹਾ। ਕਹਿੰਦੇ ਇਹ ਜੀਵ ਜੋ ਕੁਛ ਵੀ ਕਹਿੰਦੇ ਅਸੀਂ ਕਰਦੇ ਹਾਂ, ਉਹ ਪਰਮਾਤਮਾ ਸਭ ਕੁਛ ਜਾਣਦਾ। ਉਸ ਪਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਚੇਤੇ ਰੱਖ, ਫਿਰ ਉਹਨੂੰ ਇਹ ਵੀ ਪਤਾ ਲੱਗ ਜਾਏਗਾ ਕਿ ਇਹ ਜੀਵ ਮਨ ਦੇ ਵਿੱਚ, ਚੇਤੇ ਦੇ ਵਿੱਚ ਪਰਮਾਤਮਾ ਹੈ। ਸੋ ਡਰੈ ਜੇ ਪਾਪ ਕਮਾਵਦਾ, ਧਰਮੀ ਵਿਗਸੇਤ। ਤੂੰ ਸੱਚਾ ਆਪ ਨਿਆਓ, ਸੱਚ ਤਾਂ ਡਰੀਐ ਕੇਤ। ਜਿਨਾ ਨਾਨਕ ਸੱਚ ਪਛਾਣਿਆ, ਸੇ ਸੱਚ ਰਲੇਤ। ਹਾਂਜੀ, ਫਿਰ ਕਹਿੰਦੇ ਕਿ ਵੀ ਜਦੋਂ ਪਰਮਾਤਮਾ ਸਭ ਕੁਝ ਜਾਣਦਾ ਕਿ ਕੌਣ ਕੀ ਕਰ ਰਿਹਾ, ਇਹਦਾ ਸਭ ਭੇਤ ਪਰਮਾਤਮਾ ਨੂੰ ਆ, ਫਿਰ ਕਹਿੰਦੇ ਵੀ ਉਹ ਡਰੇ ਜੋ ਕੋਈ ਪਾਪ ਕਮਾ ਰਿਹਾ, ਜੋ ਕੋਈ ਮਾੜੇ ਕੰਮ ਕਰ ਰਿਹਾ। ਕਿ ਜਿਹੜਾ ਧਰਮ ਦਾ ਕੰਮ ਕਰ ਰਿਹਾ ਉਹ ਤਾਂ ਫਿਰ ਖਿੜਦਾ, ਕਿਉਂਕਿ ਪਰਮਾਤਮਾ ਸਭ ਕੁਛ ਦੇਖਦਾ, ਅਤੇ ਪਰਮਾਤਮਾ ਦਾ ਜਿਹੜਾ ਨਿਆਂ ਆ ਉਹ ਵੀ ਸੱਚਾ। ਫਿਰ ਇੱਕ ਧਰਮੀ ਨੂੰ ਤਾਂ ਡਰਨ ਦੀ ਲੋੜ ਨਹੀਂ, ਡਰੇ ਤਾਂ ਉਹ ਜਿਹੜਾ ਕੋਈ ਮਾੜੇ ਕੰਮ ਕਰ ਰਿਹਾ, ਕਿਉਂਕਿ ਉਹਦਾ ਸੱਚਾ ਨਿਆਂ ਹੈਗਾ। ਤੇ ਕਹਿੰਦੇ ਜਿਨ੍ਹਾਂ ਨੇ ਵੀ ਪਰਮਾਤਮਾ ਦੇ ਨਾਲ ਜਾਣ ਪਛਾਣ ਪਾਈ ਆ, ਉਹ ਪਰਮਾਤਮਾ ਦਾ ਰੂਪ ਹੀ ਹੋ ਗਏ ਨੇ। ਸ਼ਲੋਕ ਮਹੱਲਾ ਤੀਜਾ। ਕਲਮ ਜਲੋ ਸਣ ਮਸਵਾਣੀਐ, ਕਾਗਦ ਵੀ ਜਲ ਜਾਓ। ਲਿਖਣ ਵਾਲਾ ਜਲ ਬਲੋ, ਜਿਨ ਲਿਖਿਆ ਦੂਜਾ ਪਾਓ। ਨਾਨਕ ਪੂਰਬ ਲਿਖਿਆ ਕਮਾਵਣਾ, ਅਵਰ ਨ ਕਰਨਾ ਜਾਏ। ਕਹਿੰਦੇ ਕਲਮ, ਦਵਾਤ ਤੇ ਕਾਗਜ਼। ਕਲਮ ਵੀ ਕਹਿੰਦੇ ਵੀ ਸਣੇ ਦਵਾਤ ਦੇ ਜਲ ਜਾਏ, ਤੇ ਕਹਿੰਦੇ ਉਹ ਲਿਖਣ ਵਾਲਾ ਵੀ ਜਲ ਜਾਏ ਜਿਹਨੇ ਸਿਰਫ ਕਹਿੰਦੇ ਮਾਇਆ ਦੇ ਪਿਆਰ ਬਾਰੇ ਲੇਖਾ ਲਿਖਿਆ ਹੈਗਾ। ਨਾਨਕ ਪੂਰਬ ਲਿਖਿਆ ਕਮਾਵਣਾ, ਅਵਰ ਨ ਕਰਨਾ ਜਾਏ। ਕਹਿੰਦੇ ਨਾਨਕ ਜੀ ਕਹਿੰਦੇ ਨੇ ਕਿ ਜੀਵ ਦੇ ਵੀ ਕੁਛ ਵਸ ਨਹੀਂ ਹੈਗਾ, ਜੀਵ ਵੀ ਉਹੀ ਕਮਾਈ ਕਰਦੇ ਨੇ, ਉਹੀ ਕਰਮ ਕਰਦੇ ਨੇ ਇਸ ਜਨਮ ਦੇ ਵਿੱਚ ਜੋ ਉਹਨਾਂ ਦੇ ਪਿਛਲੇ ਜਨਮਾਂ ਦੇ ਸੰਸਕਾਰ ਮਨ 'ਤੇ ਉਕਰੇ ਨੇ।
ਉਹਦੀ ਸੇਧ ਵਿੱਚ ਹੀ ਇਸ ਜੀਵਨ ਦੇ ਵਿੱਚ ਉਹ ਕਰਮ ਕਰਦੇ ਨੇ। ਕਹਿੰਦੇ ਕੁਝ ਕਿਹਾ ਨਹੀਂ ਜਾ ਸਕਦਾ ਵੀ ਹੈ ਵੀ ਪਰਮਾਤਮਾ ਵੱਲੋਂ ਉਹ ਲੱਗੇ ਹੋਏ ਨੇ। ਮਹੱਲਾ ਤੀਜਾ। ਹੋਰ ਕੂੜ ਪੜਨਾ, ਕੂੜ ਬੋਲਣਾ, ਮਾਇਆ ਨਾਲ ਪਿਆਰ, ਨਾਨਕ ਬਿਨ ਨਾਵੈ ਕੋ ਥਿਰ ਨਹੀਂ, ਪੜ ਪੜ ਹੋਏ ਖੁਆਰ। ਕਹਿੰਦੇ ਜੋ ਮਾਇਆ ਦੇ ਨਾਲ ਪਿਆਰ ਦੇ ਵਿੱਚ, ਜੇ ਮਾਇਆ ਦੇ ਨਾਲ ਜਦੋਂ ਪਿਆਰ ਆ, ਮਾਇਆ ਦੀਆਂ ਗੱਲਾਂ ਬਾਰੇ ਪੜ੍ਹਨਾ, ਬੋਲਣਾ, ਅਤੇ ਕਹਿੰਦੇ ਇਹ ਸਭ ਕੁਛ ਜਿੱਦਾਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਕਹਿੰਦੇ ਹੋਰ ਕੁਛ ਵੀ ਥਿਰ ਨਹੀਂ ਹੈਗਾ, ਉਹ ਰਹਿਣ ਵਾਲਾ। ਫਿਰ ਕਹਿੰਦੇ ਪਰਮਾਤਮਾ ਦੇ ਨਾਂ ਨੂੰ ਛੱਡ ਕੇ ਜਿਹੜੇ ਹੋਰ ਪੜ੍ਹਾਈਆਂ ਕਰਦੇ ਨੇ, ਹੋਰ ਬੋਲਦੇ ਨੇ, ਉਹ ਕਹਿੰਦੇ ਸਾਰੀ ਪੜ੍ਹਾਈ ਉਹਨਾਂ ਦੀ ਖੁਆਰ ਹੀ ਹੁੰਦੀ ਆ, ਕਿਉਂਕਿ ਥਿਰ ਸਿਰਫ ਪਰਮਾਤਮਾ ਦਾ ਨਾਮ ਹੈ ਜਿਹਨੇ ਨਾਲ ਜਾਣਾ। ਪੌੜੀ। ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ, ਹਰ ਕੀ ਵੱਡੀ ਵਡਿਆਈ ਹੈ, ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ, ਹਰ ਕੀ ਵਡਿਆਈ ਵੱਡੀ ਹੈ, ਜਾਣਿਆਓ ਹੈ ਧਰਮ ਕਾ। ਕਹਿੰਦੇ ਹਰੀ ਦੀ ਸਿਫਤ ਸਲਾਹ ਕਰਨੀ ਵੱਡੀ ਹੈ, ਉਹਦਾ ਕੀਰਤਨ ਕਰਨਾ ਵੀ ਵੱਡਾ ਹੈ। ਕਹਿੰਦੇ ਵੀ ਪਰਮਾਤਮਾ ਦੀ ਵਡਿਆਈ ਵੱਡੀ ਕਿਉਂ ਹੈ ਕਿ ਜਿਹੜਾ ਉਹਦਾ ਨਿਆਂ ਆ ਉਹ ਧਰਮ ਦਾ, ਪਰਮਾਤਮਾ ਧਰਮ ਦਾ ਨਿਆਂ ਕਰਦਾ ਹੈ, ਇਸ ਲਈ ਵੀ ਉਹਦੀ ਵਡਿਆਈ ਵੱਡੀ ਹੈ। ਹਰ ਕੀ ਵਡਿਆਈ ਵੱਡੀ ਹੈ, ਜਾ ਫਲ ਹੈ ਜੀ ਕਾ। ਕਹਿੰਦੇ ਪਰਮਾਤਮਾ ਦੀ ਵਡਿਆਈ ਤਾਂ ਵੀ ਵੱਡੀ ਆ ਕਿ ਹਰ ਇੱਕ ਜੀ ਨੂੰ ਉਹ ਫਲ ਮਿਲਦਾ ਜੋ ਉਸ ਦੇ ਜੀ ਦਾ ਹੁੰਦਾ, ਜੋ ਕੁਛ ਉਸਨੇ ਚਿਤਵਤਿਆ ਉਹਨੂੰ ਉਹ ਫਲ ਮਿਲਦਾ, ਜਿੱਦਾਂ ਦੇ ਉਹਨਾਂ ਨੇ ਕਰਮ ਕਮਾਏ ਨੇ ਉਹਨਾਂ ਨੂੰ ਧਰਮ ਦੇ ਅਨੁਸਾਰ ਉਹ ਫਲ ਮਿਲਦਾ। ਹਰ ਕੀ ਵਡਿਆਈ ਵੱਡੀ ਹੈ, ਜਾ ਨਾ ਸੁਣੀ ਕਿਹਾ ਚੁਗਲ ਕਾ। ਕਹਿੰਦੇ ਪਰਮਾਤਮਾ ਦੀ ਵੱਡੀ ਵਡਿਆਈ ਇਹ ਇਸ ਕਰਕੇ ਵੀ ਆ ਕਿ ਪਰਮਾਤਮਾ ਕਿਸੇ ਦੀ ਗੱਲ ਨਹੀਂ ਸੁਣਦਾ, ਪਰਮਾਤਮਾ ਸਾਰੇ ਨਿਰਣੇ ਆਪ ਕਰਦਾ। ਹਰ ਕੀ ਵਡਿਆਈ ਵੱਡੀ ਹੈ, ਅਪੁੱਛਿਆ ਦਾਨ ਦੇਵ ਕਾ। ਕਹਿੰਦੇ ਪਰਮਾਤਮਾ ਦੀ ਵਡਿਆਈ ਤਾਂ ਵੀ ਵੱਡੀ ਆ, ਅਣਮੰਗਿਆ ਦਾਨ ਦਿੰਦਾ। ਕਹਿੰਦੇ ਦਾਤਾਂ ਤਾਂ ਦੇ ਹੀ ਰਿਹਾ, ਸਾਡੇ ਬਿਨਾਂ ਮੰਗਣ ਤੋਂ ਵੀ ਸਾਨੂੰ ਦਾਨ ਦਿੰਦਾ, ਜਿਹੜਾ ਅਸੀਂ ਨਹੀਂ ਵੀ ਮੰਗਦੇ ਉਹ ਵੀ ਸਾਨੂੰ ਦਾਤਾਂ ਦਿੰਦਾ। ਸ਼ਲੋਕ ਮਹੱਲਾ ਤੀਜਾ। ਹਉ ਹਉ ਕਰਤੀ ਸਭ ਮੋਈ, ਸੰਪੋ ਕਿਸੇ ਨਾ ਨਾਲ, ਦੂਜੇ ਪਾਏ ਦੁੱਖ ਪਾਇਆ, ਸਭ ਜੋ ਹੀ ਜਮਕਾਲ। ਕਹਿੰਦੇ ਸਾਰੀ ਸ੍ਰਿਸ਼ਟੀ ਹੰਕਾਰ ਦੇ ਵਿੱਚ ਹਉ ਹਉ ਕਰਦੀ ਫਿਰਦੀ ਆ, ਮਾਇਆ ਲਈ ਲਾਲਚ ਵਿੱਚ ਫਿਰਦੀ ਆ, ਹੰਕਾਰ ਵਿੱਚ ਫਿਰਦੀ ਆ, ਪਰ ਜਿਹੜੀ ਮਾਇਆ ਇਕੱਠੀ ਕਰਦੀ ਆ ਉਹ ਮਾਇਆ ਕਿਸੇ ਦੇ ਨਾਲ ਸਾਥੀ ਨਹੀਂ ਬਣਦੀ, ਨਾਲ ਨਹੀਂ ਜਾਂਦੀ ਅੰਤ ਵਿੱਚ। ਕਹਿੰਦੇ ਉਹਨਾਂ ਨੇ ਜੋ ਮਾਇਆ ਦੇ ਵਿੱਚ ਲੱਗੇ ਨੇ, ਉਹਨਾਂ ਨੇ ਦੂਜੇ ਭਾਏ ਪਰਮਾਤਮਾ ਨੂੰ ਛੱਡ ਕੇ ਮਾਇਆ ਵਿੱਚ ਪਿਆਰ ਪਾਉਣ ਦੇ ਨਾਲ ਬੜਾ ਦੁੱਖ ਪਾਉਂਦੇ ਨੇ, ਫਿਰ ਉਹਨਾਂ ਨੂੰ ਮੌਤ ਦੀ ਚਿੰਤਾ ਵੀ ਲੱਗੀ ਰਹਿੰਦੀ ਹੈ, ਜਮ ਦਾ ਡਰ ਬਣਿਆ ਰਹਿੰਦਾ। ਨਾਨਕ ਗੁਰਮੁਖ ਉਬਰੇ, ਸਾਚਾ ਨਾਮ ਸਮਾਲ। ਕਹਿੰਦੇ ਜੋ ਜੀਵ ਗੁਰੂ ਦੇ ਸਨਮੁਖ ਹੁੰਦੇ ਨੇ, ਨਾਨਕ ਜੀ ਕਹਿੰਦੇ ਉਹੀ ਇਸ ਸੰਸਾਰ ਸਾਗਰ ਤੋਂ ਤਰਦੇ ਨੇ, ਪਰਮਾਤਮਾ ਦਾ ਨਾਮ ਹਿਰਦੇ ਵਿੱਚ ਟਿਕਾ ਕੇ। ਮਹੱਲਾ ਪਹਿਲਾ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕਸੁੱਧਾ ਕਾਲੀਆਂ, ਬਾਹਰ ਚਿੱਟਵੀਆਂ। ਕਹਿੰਦੇ ਹੇ ਭਾਈ, ਕਹਿੰਦੇ ਅਸੀਂ ਤਾਂ ਇੱਦਾਂ ਦੇ ਹਾਂ ਵੀ ਅਸੀਂ ਅੰਦਰੋਂ ਤਾਂ ਵੀ ਮਨ ਦੇ ਕਾਲੇ ਆ, ਜੀਵ ਵੱਲੋਂ ਦੱਸ ਰਹੇ ਨੇ ਕਿ ਜਿਹੜੇ ਮਨਮੁਖ ਨੇ ਵੀ ਅੰਦਰੋਂ ਤਾਂ ਅਸੀਂ ਦਿਲ ਦੇ ਕਾਲੇ ਆ, ਪਰ ਬਾਹਰੋਂ ਅਸੀਂ ਵਿਖਾਵਾ ਕਰਦੇ ਹਾਂ ਕਿ ਅਸੀਂ ਧਾਰਮਿਕ ਹਾਂ। ਕਹਿੰਦੇ ਗੱਲਾਂ ਕਰਨ ਦੇ ਵਿੱਚ ਅਸੀਂ ਦਿਖਾਵਾ ਕਰਦੇ ਹਾਂ ਅਸੀਂ ਚੰਗੇ ਹਾਂ, ਪਰ ਸਾਡੇ ਆਚਰਨ ਨਹੀਂ ਚੰਗੇ ਬਣੇ ਹੋਏ, ਸਾਡੇ ਆਚਰਨ ਮਾੜੇ ਬਣੇ ਹੋਏ ਨੇ, ਸਾਡੀ ਕਰਨੀ ਮਾੜੀ ਬਣੀ ਹੋਈ ਆ। ਰੀਸਾਂ ਕਰੇ ਤਿਨਾੜੀਆਂ, ਜੋ ਸੇਵੈ ਦਰ ਖੜੀਆਂ, ਨਾਲ ਖਸਮੈ ਰਤੀਆਂ, ਮਾਣੈ ਸੁਖ ਰਲੀਆਂ। ਕਹਿੰਦੇ ਚਾਹੇ ਅਸੀਂ ਅੰਦਰੋਂ ਮਾੜੇ ਹਾਂ ਅਤੇ ਬਾਹਰੋਂ ਦਿਖਾਵਾ ਕਰਦੇ ਹਾਂ ਚੰਗੇ ਹੋਣ ਦਾ, ਪਰ ਫਿਰ ਵੀ ਅਸੀਂ ਰੀਸਾਂ ਉਹਨਾਂ ਦੀਆਂ ਕਰਦੇ ਹਾਂ
ਜੋ ਪਰਮਾਤਮਾ ਦੇ ਦਰ 'ਤੇ ਖੜ੍ਹ ਕੇ ਹਰ ਵਕਤ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ, ਉਹਨਾਂ ਜੀਵਾਂ ਦੀ ਅਸੀਂ ਰੀਸ ਕਰਦੇ ਹਾਂ। ਕਹਿੰਦੇ ਉਹ ਜੀਵ ਤਾਂ ਫਿਰ ਪਰਮਾਤਮਾ ਦੇ ਨਾਲ ਇੱਕ ਰੂਪ ਹੋਏ ਹੋਏ ਨੇ, ਪਰਮਾਤਮਾ ਦੇ ਪਿਆਰ ਵਿੱਚ ਰੰਗੇ ਹੋਏ ਨੇ ਅਤੇ ਸੁੱਖ ਮਾਣਦੇ ਨੇ। ਹੋਦੈ ਤਾਣ ਨਿਤਾਣੀਆਂ ਰਹੇ ਨਿਮਾਨਣੀਆਂ, ਨਾਨਕ ਜਨਮ ਸਖਾਰਥਾ ਜੇ ਤਿਨ ਕੈ ਸੰਗ ਮਿਲਾ। ਕਹਿੰਦੇ ਉਹ ਜੀਵ ਇਸਤਰੀਆਂ ਜੋ ਅਸਲ ਦੇ ਵਿੱਚ ਪਰਮਾਤਮਾ ਨਾਲ ਅੰਦਰੋਂ ਮਿਲੀਆਂ ਹੋਈਆਂ ਨੇ, ਆਪਣਾ ਕਹਿੰਦੇ ਉਹਨਾਂ ਕੋਲ ਇੰਨੀਆਂ ਦੈਵੀ ਸ਼ਕਤੀਆਂ ਨੇ, ਪਰ ਫਿਰ ਵੀ ਉਹ ਆਪਣੇ ਆਪ ਨੂੰ ਨਿਤਾਣੀਆਂ ਦਿਖਾਉਂਦੀਆਂ ਨੇ, ਕਮਜ਼ੋਰ ਦਿਖਾਉਂਦੀਆਂ ਨੇ, ਅਤੇ ਉਹ ਬੜੀ ਨਮਰਤਾ ਵਿੱਚ ਰਹਿੰਦੀਆਂ ਨੇ। ਆਪਣਾ ਪਰਮਾਤਮਾ ਦੇ ਨਾਲ ਮਿਲਾਪ ਦਾ ਵਿਖਾਵਾ ਨਹੀਂ ਕਰਦੀਆਂ ਹੈਗੀਆਂ। ਨਾਨਕ ਜੀ ਕਹਿੰਦੇ ਵੀ ਜੇ ਸਾਡਾ ਉਹਨਾਂ ਦੇ ਨਾਲ ਜੀਵ ਦਾ ਮਿਲਾਪ ਹੋ ਜਾਵੇ ਤਾਂ ਸਾਡਾ ਵੀ ਜਨਮ ਸਖਾਰਥਾ ਹੋ ਜਾਵੇ, ਸਫਲ ਹੋ ਜਾਵੇ। ਪੌੜੀ ਤੂੰ ਆਪੇ ਜਲ ਮੀਨਾ ਹੈ, ਆਪੇ ਆਪੇ ਹੀ ਆਪ ਜਾਲ, ਤੂੰ ਆਪੇ ਜਾਲ ਵਤਾਈ ਦਾ, ਆਪੇ ਵਿੱਚ ਸੇ ਬਾਲ। ਕਹਿੰਦੇ ਹੇ ਪਰਮਾਤਮਾ ਤੂੰ ਆਪੇ ਹੀ ਤਾਂ ਉਹ ਜਲ ਆ ਜਿਹਦੇ ਵਿੱਚ ਮੱਛੀ ਰਹਿੰਦੀ ਆ, ਆਪ ਹੀ ਤੂੰ ਮੱਛੀ ਆ, ਅਤੇ ਆਪ ਹੀ ਫਿਰ ਉਹ ਜਾਲ ਆ ਜਿਹਦੇ ਵਿੱਚ ਮੱਛੀ ਫਸ ਜਾਂਦੀ ਆ। ਆਪੇ ਹੀ ਫਿਰ ਕਹਿੰਦੇ ਤੂੰ ਜਾਲ ਨੂੰ ਵਿਛਾਉਣ ਵਾਲਾ, ਅਤੇ ਆਪ ਹੀ ਤੂੰ ਜਾਲ ਵਿੱਚ ਲੱਗਿਆ ਜਾਲਾ ਹੈ। ਸਭ ਕੁਛ ਆਪੇ ਹੀ ਆ। ਤੂੰ ਆਪੇ ਕਮਲ ਅਲਿਪਤ ਹੈ, ਸੈ ਹੱਥਾਂ ਵਿੱਚ ਗੁਲਾਲ, ਤੂੰ ਆਪੇ ਮੁਕਤ ਕਰਾਈ ਦਾ, ਇੱਕ ਨਿਮਖ ਘੜੀ ਕਰ ਖਿਆਲ, ਹਰ ਤੁਦੋਂ ਬਾਹਰ ਕਿਛ ਨਹੀਂ, ਗੁਰ ਸਬਦੀ ਵੇਖ ਨਿਹਾਲ। ਕਹਿੰਦੇ ਤੂੰ ਆਪੇ ਹੀ ਤਾਂ ਕਹਿੰਦੇ ਵੀ ਕਮਲ ਫੁੱਲ ਆ। ਉਹ ਕਮਲ ਫੁੱਲ ਕਹਿੰਦੇ ਜਿਹੜਾ ਹੇਠਾਂ ਕਹਿੰਦੇ ਵੀ ਪਾਣੀ ਜਿਹੜਾ ਬਹੁਤ ਹੀ ਡੂੰਘਾ, ਕਹਿੰਦੇ 100 ਹੱਥ ਡੂੰਘਾ ਪਾਣੀ ਆ, ਉਹਦੇ ਵਿੱਚ ਵੀ ਕਹਿੰਦੇ ਉੱਪਰ ਨਿਰਲੇਪ ਖੜਾ, ਉਹ ਕਮਲ ਫੁੱਲ ਵੀ ਤੂੰ ਆਪੇ ਹੀ ਆ। ਕਹਿੰਦੇ ਤੂੰ ਆਪੇ ਹੀ ਕਹਿੰਦੇ ਜੀਵ ਨੂੰ ਇੱਕ ਨਿਮਖ ਲਈ, ਇੱਕ ਅੱਖ ਫਰਕਣ ਦੇ ਸਮੇਂ ਲਈ ਕਹਿੰਦੇ ਆਪਦਾ ਧਿਆਨ ਦੇ ਕੇ ਆਪ ਹੀ ਤੂੰ ਜੀਵ ਨੂੰ ਮੁਕਤ ਕਰਾਉਣ ਵਾਲਾ। ਕਹਿੰਦੇ ਪਰਮਾਤਮਾ ਕਹਿੰਦੇ ਵੀ ਤੇਰੇ ਤੋਂ ਬਾਹਰ ਕੁਛ ਵੀ ਨਹੀਂ, ਸਭ ਕੁਛ ਤੇਰੇ ਹੁਕਮ ਦੇ ਵਿੱਚ ਹੀ ਹੋ ਰਿਹਾ। ਕਹਿੰਦੇ ਕੋਈ ਗੁਰੂ ਦੇ ਸ਼ਬਦ ਦੇ ਰਾਹੀਂ ਇਹ ਸਭ ਕੁਛ ਦੇਖ ਕੇ ਨਿਹਾਲ ਹੋ ਜਾਂਦਾ, ਤੇਰੇ ਰੰਗ ਨੇ ਜਿਹੜੇ। ਸ਼ਲੋਕ ਮਹੱਲਾ ਤੀਜਾ। ਹੁਕਮ ਨਾ ਜਾਣੇ ਬਹੁਤਾ ਰੋਵੈ, ਅੰਦਰ ਤੋਖਾ ਨੀਂਦ ਨਾ ਸੋਵੈ, ਜੇ ਤਨ ਖਸਮੈ ਚੱਲੈ ਰਜਾਈ, ਦਰ ਕਰ ਸੋਭਾ ਮਹਿਲ ਬੁਲਾਈ, ਨਾਨਕ ਕਰਮੀ ਇਹ ਮਤ ਪਾਈ, ਗੁਰ ਪ੍ਰਸਾਦੀ ਸੱਚ ਸਮਾਈ। ਹਾਂਜੀ, ਗੁਰੂ ਅਮਰਦਾਸ ਜੀ ਕਹਿੰਦੇ ਨੇ ਸੰਗਤ ਜੀ ਕਿ ਜੋ ਜੀਵ ਪਰਮਾਤਮਾ ਦੇ ਹੁਕਮ ਨੂੰ ਨਹੀਂ ਜਾਣਦਾ, ਉਹਦੇ ਭਾਣੇ ਨੂੰ ਨਹੀਂ ਜਾਣਦਾ, ਉਹਦੇ ਅਨੁਸਾਰ ਚੱਲਦਾ ਨਹੀਂ, ਫਿਰ ਬਹੁਤਾ ਦੁੱਖ ਪਾਉਂਦਾ। ਕਹਿੰਦੇ ਉਹਦੇ ਮਨ ਦੇ ਵਿੱਚ, ਕਿਉਂਕਿ ਪਰਮਾਤਮਾ ਦੀ ਰਜ਼ਾ ਨੂੰ ਨਹੀਂ ਮੰਨਦਾ, ਅੰਦਰ ਉਹਦੇ ਚਿੰਤਾ ਲੱਗੀ ਰਹਿੰਦੀ ਆ, ਅਤੇ ਫਿਰ ਉਹ ਸੁੱਖ ਦੀ ਨੀਂਦ ਨਹੀਂ ਸੌਂਦਾ। ਕਹਿੰਦੇ ਜੋ ਕਹਿੰਦੇ ਜੀਵ ਇਸਤਰੀ ਪਰਮਾਤਮਾ ਦੀ ਰਜ਼ਾ ਵਿੱਚ ਚੱਲਦੀ ਆ, ਭਾਣੇ ਵਿੱਚ ਚੱਲਦੀ ਆ, ਫਿਰ ਪਰਮਾਤਮਾ ਦੇ ਦਰ ਘਰ ਉਹਨੂੰ ਸੋਭਾ ਮਿਲਦੀ ਆ, ਅਤੇ ਦਰਗਾਹ ਦੇ ਵਿੱਚ ਬੁਲਾ ਲਈ ਜਾਂਦੀ ਆ, ਹਜ਼ੂਰੀ ਵਿੱਚ ਉਹਨੂੰ ਪਰਮਾਤਮਾ ਦੀ ਵਿੱਚ ਥਾਂ ਮਿਲ ਜਾਂਦੀ ਆ। ਪਰ ਕਹਿੰਦੇ ਵੀ ਜੀਵ ਦੇ ਇਹ ਵੀ ਕੋਈ ਵਸ ਨਹੀਂ। ਨਾਨਕ ਕਹਿੰਦੇ ਇਹ ਜਿਹੜੀ ਮੱਤ ਆ ਇਹ ਚੰਗੇ ਕਰਮਾਂ ਦੇ ਨਾਲ ਹੀ ਜੀਵ ਨੂੰ ਆਉਂਦੀ ਆ, ਅਤੇ ਜੇ ਗੁਰੂ ਕਿਰਪਾ ਕਰੇ ਤਾਂ ਜੀਵ ਇਸਤਰੀ ਪਰਮਾਤਮਾ ਦੇ ਵਿੱਚ ਸਮਾਈ ਰਹਿੰਦੀ ਆ, ਪਰਮਾਤਮਾ ਦੇ ਚਰਨਾਂ ਵਿੱਚ ਉਹਦੀ ਲੀਨਤਾ ਬਣੀ ਰਹਿੰਦੀ ਆ। ਮਹੱਲਾ ਤੀਜਾ। ਮਨਮੁਖ ਨਾਮ ਵਿਹੂਣਿਆ, ਰੰਗ ਕਸੁੰਬਾ ਦੇਖ ਨ ਭੁੱਲ, ਇਸ ਕਾ ਰੰਗ ਦਿਨ ਥੋੜਿਆ, ਛੋਛਾ ਇਸ ਦਾ ਮੁੱਲ। ਫਿਰ ਕਹਿੰਦੇ ਹੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ, ਹੇ ਜੀਵ ਤੂੰ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਸੱਖਣਾ ਹੈ, ਅਤੇ ਕਹਿੰਦੇ ਇਸ ਜਿਹੜਾ ਹੈਗਾ ਸੰਸਾਰ ਦਾ ਕਸੁੰਬੇ ਵਰਗਾ, ਜੋ ਕਸੁੰਬੇ ਦੇ ਫੁੱਲ ਵਾਂਗ 2-4 ਦਿਨ ਦਾ ਕਹਿੰਦੇ ਰੰਗ ਰਲੀਆਂ ਨੇ, ਇਹਨੂੰ ਦੇਖ ਕੇ ਕਹਿੰਦੇ ਪਰਮਾਤਮਾ ਨੂੰ ਨਾ ਭੁੱਲ। ਕਹਿੰਦੇ ਜਿਹੜਾ ਇਹ ਕਹਿੰਦੇ ਰੰਗ ਆ ਨਾ ਸੰਸਾਰ ਦੇ ਪਦਾਰਥਾਂ ਦਾ, ਇਹ ਬਹੁਤ ਥੋੜ੍ਹੇ ਦਿਨਾਂ ਲਈ ਆ,
ਤੇ ਇਹਦਾ ਕੋਈ ਮੁੱਲ ਵੀ ਬਹੁਤਾ ਨਹੀਂ ਆ। ਬਹੁਤ ਅਨਮੋਲ ਜੀ ਚੀਜ਼ ਆ, ਕੌਡੀ ਬਦਲੇ ਜਾਣਾ ਜੀਵਨ ਇਹਦੇ ਲਈ। ਦੂਜੇ ਲੱਗੇ ਪਚਮੂਏ, ਮੂਰਖ ਅੰਧ ਗਵਾਰ। ਕਹਿੰਦੇ ਜਿਹੜੇ ਪਰਮਾਤਮਾ ਨੂੰ ਛੱਡ ਕੇ ਮਾਇਆ ਦੇ ਪਿਆਰ ਵਿੱਚ ਲੱਗੇ ਨੇ ਮੂਰਖ ਅੰਧ, ਕਹਿੰਦੇ ਉਹ ਬਸ ਕਹਿੰਦੇ ਆਪਣਾ ਜੀਵਨ ਸਾਰਾ ਵਿਅਰਥਾ ਗਵਾ ਗਏ ਨੇ। ਬਿਸਟਾ ਅੰਦਰ ਕੀਟ ਸੇ ਪੈ ਪਚੈ ਵਾਰੋ ਵਾਰ। ਉਹ ਕਹਿੰਦੇ ਜਿਵੇਂ ਬਿਸਟਾ ਦੇ ਕੀੜੇ ਹੁੰਦੇ ਨੇ, ਕਹਿੰਦੇ ਫਿਰ ਉਹ ਜੀਵ ਵਾਰੋ ਵਾਰ ਜਨਮ ਮਰਨ ਦੇ ਚੱਕਰ ਵਿੱਚ ਪਏ ਰਹਿੰਦੇ ਨੇ, ਜਿਵੇਂ ਬਿਸਟਾ ਦੇ ਕੀੜੇ ਹੁੰਦੇ ਨੇ। ਨਾਨਕ ਨਾਮ ਰਤੇ ਸੇ ਰੰਗਲੇ, ਗੁਰ ਕੈ ਸਹਿਜ ਸੁਪਾਏ। ਕਹਿੰਦੇ ਜੋ ਗੁਰੂ ਦੇ ਸ਼ਰਨ ਦੇ ਵਿੱਚ ਰਹਿੰਦੇ ਨੇ ਤੇ ਗੁਰੂ ਦੀ ਕਹਿੰਦੇ ਜੋ ਪ੍ਰੇਮ ਦੇ ਵਿੱਚ ਰਹਿੰਦੇ ਨੇ, ਉਹ ਪਰਮਾਤਮਾ ਦੇ ਨਾਮ ਵਿੱਚ ਰਤੇ ਰਹਿੰਦੇ ਨੇ। ਭਗਤੀ ਰੰਗ ਨ ਉਤਰੈ, ਸਹਜੇ ਰਹੇ ਸਮਾਏ। ਕਹਿੰਦੇ ਜੋ ਗੁਰੂ ਦੀ ਸ਼ਰਨ ਰਹਿੰਦੇ ਨੇ ਉਹਨਾਂ ਦਾ ਪਰਮਾਤਮਾ ਦੀ ਭਗਤੀ ਵਾਲਾ ਰੰਗ ਨਹੀਂ ਉਤਰਦਾ। ਕਹਿੰਦੇ ਉਹ ਹਮੇਸ਼ਾ ਆਤਮਿਕ ਅਡੋਲਤਾ ਵਿੱਚ ਸਮਾਏ ਰਹਿੰਦੇ ਨੇ। ਪੌੜੀ ਸਿਸ਼ਟ ਉਪਾਈ ਸਭ ਤੁਧ, ਆਪੇ ਰਿਜਕ ਸੰਭਾਹਿਆ। ਇੱਕ ਵਲ ਛਲ ਕਰਕੇ ਖਾਵਦੇ, ਮੂੰਹੋਂ ਕੂੜ ਕੁਸਤ ਤਿਨੀ ਢਾਹਿਆ। ਕਹਿੰਦੇ ਇਹ ਪਰਮਾਤਮਾ ਤੂੰ ਆਪੇ ਸ੍ਰਿਸ਼ਟੀ ਬਣਾਈ ਆ ਤੇ ਆਪ ਹੀ ਸਾਰਿਆਂ ਲਈ ਰਿਜਕ ਦਾ ਵੀ ਪ੍ਰਬੰਧ ਕਰਦਾ। ਪਰ ਕਹਿੰਦੇ ਇੱਕ ਜੀਵ ਇਸ ਤਰ੍ਹਾਂ ਦੇ ਨੇ, ਉਹ ਇਸ ਗੱਲ ਨੂੰ ਨਹੀਂ ਸਮਝਦੇ ਕਿ ਪਰਮਾਤਮਾ ਨੇ ਜਿਹਨੇ ਬਣਾਇਆ ਉਹਨੇ ਸਾਡੀ ਰੋਜ਼ੀ ਦਾ ਵੀ ਪ੍ਰਬੰਧ ਕੀਤਾ। ਉਹ ਕਹਿੰਦੇ ਬੜੇ ਵਲ ਛਲ ਕਰਕੇ ਆਪਣੇ ਢਿੱਡ ਭਰਦੇ ਨੇ ਤੇ ਮੂੰਹ ਤੋਂ ਵੀ ਮਾੜਾ ਹੀ ਬੋਲਦੇ ਨੇ। ਕਹਿੰਦੇ ਤੁਧ ਆਪੇ ਭਾਵੈ ਸੋ ਕਰੈ, ਤੁਧ ਓਤੇ ਕੰਮ ਓਏ ਲਾਇਆ। ਫਿਰ ਕਹਿੰਦੇ ਉਹਨਾਂ ਦੇ ਵੀ ਵਿਚਾਰਿਆਂ ਦੇ ਕੋਈ ਵੱਸ ਦੀ ਗੱਲ ਨਹੀਂ। ਉਹ ਵੀ ਕਹਿੰਦੇ ਉਸੇ ਕੰਮ ਵਿੱਚ ਲੱਗੇ ਨੇ ਜਿਸ ਕੰਮ ਵਿੱਚ ਤੂੰ ਉਹਨਾਂ ਨੂੰ ਲਾਇਆ ਪਰਮਾਤਮਾ। ਇੱਕ ਨਾ ਸੱਚ ਬੁਝਾਇਨ, ਤਿਨਾ ਅਟੁੱਟ ਭੰਡਾਰ ਦਿਵਾਇਆ। ਕਹਿੰਦੇ ਇੱਕ ਨੂੰ ਤੂੰ ਜ਼ਿੰਦਗੀ ਦੀ ਅਸਲੀਅਤ ਸਮਝਾ ਦਿੱਤੀ ਆ ਤੇ ਉਹਨਾਂ ਨੂੰ ਨਾਮ ਦੇ ਖਜ਼ਾਨੇ ਅਟੁੱਟ ਕਹਿੰਦੇ ਵੰਡ ਦਿੱਤੇ ਨੇ। ਹਰ ਚੇਤ ਖਾਹੇ ਤਿਨਾ ਸਫਲ ਹੈ, ਅਚੇਤਾ ਹੱਥ ਤੜਾਇਆ। ਕਹਿੰਦੇ ਪਰਮਾਤਮਾ ਜੋ ਤੈਨੂੰ ਚੇਤਦੇ ਨੇ, ਜੋ ਤੇਰਾ ਨਾਮ ਲੈਂਦੇ ਨੇ, ਕਹਿੰਦੇ ਉਹਨਾਂ ਦਾ ਖਾਣਾ ਪੀਣਾ ਵੀ ਸਫਲ ਹੈ, ਉਹਨਾਂ ਦੇ ਸੰਸਾਰ ਦੇ ਪਦਾਰਥ ਭੋਗਣਾ ਵੀ ਸਫਲ ਹੈ। ਪਰ ਜੇ ਕਹਿੰਦੇ ਤੇਰਾ ਚੇਤਾ ਨਹੀਂ ਕਰਦੇ, ਜਿਹੜੇ ਨੇ ਤੈਨੂੰ ਵਿਸਾਰ ਦਿੱਤਾ, ਉਹ ਕਹਿੰਦੇ ਹੱਥ ਅੱਡ ਕੇ ਮੰਗਦੇ ਫਿਰਦੇ ਨੇ। ਕਹਿੰਦੇ ਜਿਹੜੇ ਤੈਨੂੰ ਚੇਤੇ ਨਹੀਂ ਰੱਖਦੇ, ਜਿਹੜੇ ਤੈਨੂੰ ਚੇਤੇ ਰੱਖਦੇ ਨੇ ਉਹਨਾਂ ਦਾ ਖਾਣਾ ਪੀਣਾ ਸਭ ਸਫਲ ਮੰਨਿਆ ਗਿਆ। ਸ਼ਲੋਕ ਮਹੱਲਾ ਤੀਜਾ। ਪੜ ਪੜ ਪੰਡਤ ਵੇਦ ਵਖਾਣੈ, ਮਾਇਆ ਮੋਹ ਸੁਆਏ। ਦੂਜੇ ਪਾਏ ਹਰ ਨਾਮ ਵਿਸਾਰਿਆ, ਮਨ ਮੂਰਖ ਮਿਲੈ ਸਜਾਏ। ਕਹਿੰਦੇ ਉਹ ਪੰਡਿਤ ਲੋਕ ਕਹਿੰਦੇ ਜਿਨ੍ਹਾਂ ਨੇ ਮਾਇਆ ਦੇ ਪਿਆਰ ਵਿੱਚ ਪਰਮਾਤਮਾ ਦਾ ਨਾਮ ਤਾਂ ਵਿਸਾਰ ਦਿੱਤਾ, ਫਿਰ ਕਹਿੰਦੇ ਉਹਨਾਂ ਨੂੰ, ਉਹਨਾਂ ਦੇ ਮੂਰਖ ਮਨ ਨੂੰ ਕਹਿੰਦੇ ਫਿਰ ਸਜ਼ਾ ਮਿਲਦੀ ਆ। ਕਹਿੰਦੇ ਉਹ ਪੰਡਿਤ ਨੇ ਜਿਹੜੇ ਉਹ ਪੜ ਵੇਦ ਤਾਂ ਕਹਿੰਦੇ ਦੂਜਿਆਂ ਨੂੰ ਸੁਣਾਉਂਦੇ ਨੇ, ਪਰ ਉਹ ਆਪ ਕਹਿੰਦੇ ਮਨ ਤੋਂ ਪਰਮਾਤਮਾ ਦੇ ਨਾਲ ਨਹੀਂ ਲੱਗੇ। ਉਹਨਾਂ ਦਾ ਜਿਹੜਾ ਵੇਦ ਸੁਣਾਉਣਾ ਇਹ ਵੀ ਸਿਰਫ ਮਾਇਆ ਦਾ ਸਵਾਰਥ ਆ ਕਿ ਪੈਸੇ ਲਈ ਲੋਕਾਂ ਨੂੰ ਵੇਦ ਪੜ ਸੁਣਾਉਂਦੇ ਨੇ, ਪਰ ਆਪਦਾ ਮਨ ਪਰਮਾਤਮਾ ਦੇ ਪਿਆਰ 'ਚ ਨਹੀਂ ਭਿੱਜਿਆ। ਜਿਨ ਜੀਓ ਪਿੰਡ ਦਿੱਤਾ, ਤਿਸ ਕਭੂ ਨਾ ਚੇਤੈ, ਜੋ ਦਿੰਦਾ ਰਿਜ਼ਕ ਸੰਭਾਹੇ। ਫਿਰ ਉਹਨਾਂ ਦੀ ਪੰਡਤਾਂ ਵਾਲੀ ਗੱਲ ਚੱਲ ਰਹੀ ਆ। ਕਹਿੰਦੇ ਵੀ ਜਿਸ ਪਰਮਾਤਮਾ ਨੇ ਇਹ ਜੀ ਦਿੱਤਾ, ਸਰੀਰ ਦਿੱਤਾ, ਅੰਦਰ ਕਹਿੰਦੇ ਜਿਹੜੀ ਆਤਮਾ ਦਿੱਤੀ ਆ, ਹੈ ਨਾ, ਕਹਿੰਦੇ ਉਹਨੂੰ ਤਾਂ ਕਦੇ ਉਹ ਚੇਤੇ ਨਹੀਂ ਕਰਦੇ ਹੈਗੇ। ਉਹ ਪਰਮਾਤਮਾ ਜਿਹੜਾ ਕਹਿੰਦੇ ਸਾਨੂੰ ਸਾਰਿਆਂ ਨੂੰ ਰਿਜ਼ਕ ਦਾ ਵੀ ਪ੍ਰਬੰਧ ਕਰਦਾ, ਖਾਣ ਪੀਣ ਦਾ ਪ੍ਰਬੰਧ ਕਰਦਾ। ਜਮਕਾ ਫਾਹਾ ਗਲੋਂ ਨਾ ਕੱਟੀਐ, ਫਿਰ ਆਵੈ ਜਾਏ। ਜੋ ਕਹਿੰਦੇ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ ਜੀਵ, ਉਹਨਾਂ ਦੇ ਕਹਿੰਦੇ ਗਲ ਤੋਂ ਜਮ ਦੀ ਫਾਹੀ ਨਹੀਂ ਕੱਟ ਹੁੰਦੀ, ਉਹ ਮੁੜ ਕੇ ਜੰਮਣ ਮਰਨ ਦੇ ਚੱਕਰ ਵਿੱਚ ਪੈ ਰਹਿੰਦੇ ਨੇ। ਵਾਹਿਗੁਰੂ ਜੀ, ਵਾਹਿਗੁਰੂ ਜੀ।
ਮਨਮੁਖ ਕਿਛੂ ਨਾ ਸੂਝੈ ਅੰਦੁਲੇ ਪੂਰਬ ਲਿਖਿਆ ਕਮਾਏ। ਕਹਿੰਦੇ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਨੇ, ਕਹਿੰਦੇ ਉਹ ਮਾਇਆ ਦੇ ਵਿੱਚ ਅੰਨੇ ਹੋਏ ਹੁੰਦੇ ਨੇ। ਕਹਿੰਦੇ ਉਹਨਾਂ ਨੂੰ ਕੋਈ ਪਰਮਾਤਮਾ ਦੇ ਦਰਕਾਰ ਬਾਰੇ ਕੁਛ ਪਤਾ ਨਹੀਂ ਹੋਈ, ਕੋਈ ਸੋਝ ਨਹੀਂ ਗੀ। ਕਹਿੰਦੇ ਉਹ ਵਿਚਾਰੇ ਵੀ ਕੀ ਕਰਨ, ਉਹ ਆਪਣੇ ਪੂਰਵਲੇ ਲਿਖੇ ਹੋਏ ਕਰਮਾਂ ਦੇ ਹਿਸਾਬ ਨਾਲ ਹੁਣ ਵਾਲੇ ਕਰਮ ਕਮਾ ਰਹੇ ਨੇ। ਜੋ ਜੀਵ ਨੇ ਪੂਰਵਲੇ ਕਰਮ ਕੀਤੇ ਨੇ ਉਹਦੇ ਹਿਸਾਬ ਨਾਲ ਪਰਮਾਤਮਾ ਦੀ ਕਲਮ ਜੀਵ ਦੇ ਮੱਥੇ 'ਤੇ ਲੇਖ ਲਿਖਣ ਲਈ ਚੱਲੀ ਆ। ਉਹ ਲੇਖਾਂ ਦੇ ਅਨੁਸਾਰ ਹੀ ਅਸੀਂ ਇਸ ਸੰਸਾਰ ਵਿੱਚ ਆ ਕੇ ਹੁਣ ਕਰਮ ਕਰ ਰਹੇ ਹਾਂ। ਉਹਨਾਂ ਨੂੰ ਕੱਟਣ ਦਾ ਇਹੀ ਰਾਸਤਾ ਪਰਮਾਤਮਾ ਦੇ ਨਾਮ ਲੈਣਾ, ਪਰਮਾਤਮਾ ਦੀ ਭਗਤੀ ਕਰਨੀ, ਪਰਮਾਤਮਾ ਦੀ ਸਿਫਤ ਸਲਾਹ ਕਰਨੀ, ਨਾਮ ਸਿਮਰਨ ਕਰਨਾ। ਪੂਰੇ ਭਾਗ ਸਤਿਗੁਰ ਮਿਲੈ ਸੁਖ ਦਾਤਾ, ਨਾਮ ਬਸੈ ਮਨ ਆਏ। ਫਿਰ ਕਹਿੰਦੇ ਜਿਨ੍ਹਾਂ ਦੇ ਭਾਗ ਚੰਗੇ ਨੇ ਉਹਨਾਂ ਨੂੰ ਸੁੱਖਾਂ ਦਾ ਦਾਤਾ ਪਰਮਾਤਮਾ ਮਿਲਦਾ, ਜੋ ਕਹਿੰਦੇ ਨਾਮ ਦੀ ਦਾਤ ਦਿੰਦਾ ਤੇ ਨਾਮ ਫਿਰ ਮਨ ਵਿੱਚ ਆ ਕੇ ਵਸ ਜਾਂਦਾ। ਸੁਖ ਮਾਣੈ ਸੁਖ ਪਹਿਨਣਾ, ਸੁਖੈ ਸੁਖ ਵਿਹਾਏ। ਫਿਰ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਮਨ ਵਿੱਚ ਨਾਮ ਵਸ ਜਾਂਦਾ, ਕਹਿੰਦੇ ਫਿਰ ਉਹ ਬੜਾ ਸੁੱਖ ਮਾਣਦੇ ਨੇ। ਕਹਿੰਦੇ ਉਹਨਾਂ ਦਾ ਪਹਿਨਣਾ ਵੀ ਸੁੱਖ ਵਾਲਾ ਤੇ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਵੀ ਬੜੇ ਸੁੱਖ ਵਿੱਚ ਬੀਤਦੀ ਆ। ਉਹਨਾਂ ਦਾ ਸਭ ਕੁਛ ਸੁੱਖ ਵਾਲਾ ਹੋ ਜਾਂਦਾ। ਨਾਨਕ ਸੋ ਨਾਉ ਮਨੋ ਨਾ ਵਿਸਾਰੀਐ, ਜਿਤ ਦਰ ਸੱਚੈ ਸੋਭਾ ਪਾਏ। ਫਿਰ ਨਾਨਕ ਜੀ ਕਹਿੰਦੇ ਨੇ, ਹੇ ਜੀਵ, ਉਹ ਪਰਮਾਤਮਾ ਦਾ ਨਾਮ ਜਿਹਦੀ ਖੱਟੀ ਕਰਕੇ ਜਾ ਕੇ ਤੂੰ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਇੱਜ਼ਤ ਪਾਉਣੀ ਆ, ਤੈਨੂੰ ਸਿਰੋਪਾਏ ਮਿਲਣੇ ਨੇ, ਤੇਰੀ ਦਰਗਾਹ ਦੇ ਵਿੱਚ ਪੁੱਛ ਗਿੱਛ ਹੋਣੀ ਆ, ਉਹ ਨਾ ਵਿਸਾਰੀਏ। ਉਹ ਪਰਮਾਤਮਾ ਦਾ ਨਾਂ ਮਨੋਂ ਕਦੇ ਵੀ ਨਾ ਵਿਸਾਰੀਏ, ਉਹਨੂੰ ਸਦਾ ਹੀ ਚੇਤੇ ਰੱਖੀਏ। ਪਰਮਾਤਮਾ ਦੇ ਸੋਲੇ ਸਦਾ ਹੀ ਗਾਈਏ, ਪਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਸਦਾ ਹੀ ਕਰੀਏ, ਸਦਾ ਹੀ ਕਰੀਏ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਗੁਰੂ ਜੀ, ਸੱਚੇ ਪਾਤਸ਼ਾਹ ਜੀ। ਸੰਗਤ ਜੀ, ਮੇਰੀ ਅਣਜਾਣ ਬੱਚੀ ਦੀ ਝੋਲੀ ਵਿੱਚ ਮੇਰੀਆਂ ਭੁੱਲਾਂ ਪਾ ਦੇਣੀਆਂ, ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਹੋਈਆਂ ਭੁੱਲਾਂ ਮੇਰੀਆਂ ਬਖਸ਼ ਦੇਣੀਆਂ ਜੀ ਸੱਚੇ ਪਾਤਸ਼ਾਹ ਜੀ। ਅੱਗੇ ਤੋਂ ਸਮੱਤ ਦੇਣੀ ਸੱਚੇ ਪਿਤਾ ਜੀ। ਵਾਹਿਗੁਰੂ ਜੀ, ਪਰਮੇਸ਼ਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।